ਸਾਡੀ ਟਰਾਲੀ ਦੇ ਵਿੱਚ ਅੱਗ ਲੱਗ ਗਈ ਆ, ਸਿਲੰਡਰ ਹੈ ਫਟ ਜੂਗਾ। ਉਹਦੇ ਦੌਰਾਨ ਵੀ ਉਹਨਾਂ ਨੇ ਬਹੁਤ, ਜੇ ਸਾਡੀ ਆਵਾਜ਼ ਨੂੰ ਬੰਦ ਕਰਨਾ ਹੈ ਸਿੱਧਾ ਸਾਨੂੰ ਜਾਂ ਤਾਂ ਤੋਪ ਦੇ ਸਾਹਮਣੇ ਖੜਾ ਕਰਕੇ ਸਾਨੂੰ ਬਲਾਸਟ ਕਰ ਦਿਓ ਜਾਂ ਸਾਡੇ ਗੋਲੀ ਮਾਰ ਕੇ ਸਾਨੂੰ ਮਾਰ ਦਿਓ। ਤਿਰੰਗਾ ਝੰਡਾ ਫੜਨ ਦੇ ਬਾਵਜੂਦ ਵੀ ਸਾਡੇ ਉੱਤੇ ਅਥਰੂ ਗੈਸ ਦੇ ਗੋਲੇ ਛੱਡੇ ਗਏ। ਜਿਹੜਾ ਬੰਦਾ, ਜਿਹੜੀ ਸਰਕਾਰ ਤਿਰੰਗੇ ਦਾ ਸਨਮਾਨ ਨਹੀਂ ਕਰਦੀ, ਉਹਨੂੰ ਇਸ ਦੇਸ਼ ਦੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ। ਨੂੰ ਕੋਈ ਅਨਾਉਂਸਮੈਂਟ ਨਹੀਂ ਹੋਈ, ਸਿੱਧਾ ਸਾਡੇ ਤੇ ਅਟੈਕ ਹੋਇਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ। ਮੈਂ ਰਤਨਦੀਪ ਸਿੰਘ ਢਾਲੀਵਾਲ। ਅਸੀਂ ਇਸ ਵਕਤ ਉਸੇ ਹੀ ਟਰਾਲੀ ਦੇ ਕੋਲ ਮੌਜੂਦ ਹਾਂ ਜਿੱਥੇ ਅੱਜ ਗੋਲੇ ਚੱਲੇ ਨੇ। ਜਿਸ ਟਰਾਲੀ ਦੇ ਉੱਪਰ ਸ਼ਾਹਜਹਾਂਪੁਰ ਤੋਂ ਅੱਗੇ ਇਹ ਕਾਫਲਾ ਵੱਧ ਰਿਹਾ ਸੀ ਦਿੱਲੀ ਵੱਲ ਨੂੰ, ਹਾਈਵੇ ਦੇ ਉੱਤੇ। ਪਹਿਲਾਂ ਅਸੀਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਇਆ, ਲਾਈਵ ਵੀ ਕੀਤਾ ਗਿਆ। ਮੂਹਰੇ ਕੰਟੇਨਰ ਖੜੇ ਨੇ, ਪੱਥਰ ਨੇ, ਟਰੱਕ ਨੇ, ਟਰੱਕਾਂ ਦੀ ਹਵਾ ਕੱਢੀ ਗਈ, ਘੋੜੇ ਨੇ, ਡਿੱਪਰ ਨੇ, ਉਹਨਾਂ ਦੇ ਵੱਡੇ ਵੱਡੇ ਟਰੱਕ ਨੇ ਮਾਲ ਲੱਦਿਆ ਹੋਇਆ। ਉਹ ਟਰੱਕਾਂ ਵਾਲਿਆਂ ਦਾ ਵੀ ਕੀ ਕਸੂਰ, ਉਹਨਾਂ ਦੀ ਵੀ ਅਸੀਂ ਅੱਗੇ ਰਿਪੋਰਟ ਲੈ ਕੇ ਆਵਾਂਗੇ। ਤੇ ਫਿਰ ਗੋਲੇ ਚੱਲੇ ਨੇ। ਜਦੋਂ ਇੱਕ ਦੋ ਗੋਲੇ ਚੱਲੇ, ਧੂੰਆਂ ਹੋਇਆ, ਤਾਂ ਫਿਰ ਲਗਾਤਾਰ ਕਈ ਰਾਊਂਡ ਫਾਇਰ ਹੋਏ। ਆਹ ਟਰਾਲੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਆਹ ਤਸਵੀਰਾਂ ਗੀਆਂ। ਤੇ ਜੇ ਆਪਾਂ ਦੋਨੇ ਪਾਸੇ ਗੱਲ ਕਰਦੇ, ਅਗਲੇ ਪਾਸੇ ਵੀ ਤੇ ਇੱਧਰਲੇ ਪਾਸੇ ਵੀ ਟਰਾਲੀ ਦੇ ਗੋਲੇ ਚੱਲਿਆ। ਤੇ ਟਰਾਲੀ ਦੇ ਵਿੱਚ ਮੌਜੂਦ ਉਸ ਟਾਈਮ ਸਿਲੰਡਰ ਵੀ ਸੀਗੇ, 2 ਮੋਟਰਸਾਈਕਲ ਵੀ ਸੀ ਤੇ ਰਜਾਨਾ ਵੀ ਸੀ ਤੇ ਹੋਰ ਭਾਂਡੇ ਵੀ ਸੀ। ਮੈਂ ਪਹਿਲਾਂ ਥੋੜੀਆਂ ਜਿਹੀਆਂ ਟਰਾਲੀ ਦੀਆਂ ਤਸਵੀਰਾਂ ਦਿਖਾਊਂਗਾ, ਫਿਰ ਆਹ ਨੌਜਵਾਨ ਸਾਰੇ ਖੜੇ ਆ, ਮੌਕੇ ਦੇ ਗਵਾਹ ਨੇ। ਇਹਨਾਂ ਤੋਂ ਵੀ ਗੱਲਬਾਤ ਸਾਰੀ ਪੁੱਛਾਂਗੇ। ਇਹਨਾਂ ਨੇ ਵੀ, ਕਿਉਂਕਿ ਇੱਥੇ ਮੀਡੀਆ ਵੀ ਨਹੀਂ ਪਹੁੰਚ ਰਿਹਾ, ਇਹਨਾਂ ਨੂੰ ਮੀਡੀਆ ਤੇ ਵੀ ਗੁੱਸਾ ਗਾ। ਇਹਨਾਂ ਨੇ ਵੀ ਆਪਦੇ ਦਿਲ ਦਾ ਜਿਹੜਾ ਗੁੱਸਾ ਗਾ ਉਹ ਕੱਢਣਾਗਾ। ਆਹ ਮੋਟਰਸਾਈਕਲ ਮੌਜੂਦ ਆ ਟਰਾਲੀ ਦੇ ਵਿੱਚ, ਕੁਝ ਸਮਾਨ ਹੁਣ ਵੀ ਉਵੇਂ ਹੀ ਮੌਜੂਦ ਆ। ਤੇ ਜਿਹੜਾ ਅੱਗ ਲੱਗਣ ਵਾਲਾ ਸੀ ਉਹ ਕੱਢਤਾ ਗਾ, ਜਿਹੜੀ ਚੀਜ਼ਾਂ ਨੂੰ ਅੱਗ ਲੱਗ ਗਈ ਉਹ ਕੱਢੀਆਂ ਗਈਆਂ। ਨੌਜਵਾਨ ਮੌਜੂਦ ਨੇ। ਬਾਈ ਸਤਿ ਸ਼੍ਰੀ ਅਕਾਲ, ਕੀ ਨਾਮ ਆ ਤੁਹਾਡਾ ਤੇ ਕਿੱਥੋਂ ਆਏ ਹੋ? ਮੇਰਾ ਨਾਮ ਮੇਰਾ ਨਾਮ ਹੈ ਸੁਖਜੀਤ ਸਿੰਘ ਜੀ। ਮੈਂ ਸ਼੍ਰੀ ਗੰਗਾਨਗਰ ਤੋਂ। ਮੇਰਾ ਪੰਚਾਇਤ ਸਮਿਤੀ ਆਪਣੇ ਹੈਗੀ ਪਦਮਪੁਰ ਔਰ ਤਹਿਸੀਲ ਪਦਮਪੁਰ ਹੈ ਔਰ ਪਿੰਡ ਮੇਰਾ 14 ਬੀਬੀ ਹੈ। ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਹਾਂ ਜੀ। ਜਦੋਂ ਅਥਰੂ ਗੈਸ ਦੇ ਗੋਲੇ, ਦੇਖੋ ਮੈਂ ਕਹਿੰਦਾ ਅਥਰੂ ਗੈਸ ਦੇ ਗੋਲੇ ਛੱਡੋ ਜੀ, ਜੋ ਵੀ ਕਰ ਰਹੇ ਹੋ। ਸਾਡੇ ਇਸ ਦੇ ਵਿੱਚ ਟਰਾਲੀ ਦੇ ਵਿੱਚ ਰਜਾਈਆਂ ਹੋਈਆਂ ਪਈਆਂ ਸੀ, ਮੋਟਰਸਾਈਕਲ ਵੀ ਸੀਗਾ, ਉਸ ਤੋਂ ਬਾਅਦ ਆਪਣੇ ਸਿਲੰਡਰ ਵੀ ਸੀਗਾ ਜੀ। ਅੱਗ ਲੱਗ ਗਈ। ਅਸੀਂ ਉਹਨਾਂ ਨੂੰ ਵਾਰ-ਵਾਰ ਕਹਿ ਰਹੇ ਹਾਂ ਸਾਡੀ ਟਰਾਲੀ ਨੂੰ ਅੱਗ ਲੱਗ ਗਈ ਆ, ਉਹਦੇ ਨਾਲ ਟਰੱਕ ਵੀ ਖੜੇ ਆ, ਟਰਾਲੀਆਂ ਵੀ ਖੜੀਆਂ। ਅਸੀਂ ਉਹਨਾਂ ਨੂੰ ਨਿਵੇਦਨ ਕਰ ਰਹੇ ਹਾਂ, ਉਹਨਾਂ ਨੂੰ ਬੋਲ ਰਹੇ ਹਾਂ ਕਿ ਸਾਡੀ ਟਰਾਲੀ ਦੇ ਵਿੱਚ ਅੱਗ ਲੱਗ ਗਈ ਆ, ਸਿਲੰਡਰ ਹੈ ਫਟ ਜੂਗਾ। ਉਹਦੇ ਦੌਰਾਨ ਵੀ ਉਹਨਾਂ ਨੇ ਬਹੁਤ, ਮੈਂ ਕਹਿੰਦਾ ਵੀ ਸਾਨੂੰ ਅੱਜ ਇਹ ਫੀਲ ਹੋਇਆ ਵੀ ਅਸੀਂ ਇਸ ਦੇਸ਼ ਦੇ ਵਸਿੰਦੇ ਨਹੀਂ ਜੀ। ਅਸੀਂ ਹਰਿਆਣਾ ਗੌਰਮੈਂਟ ਨੇ ਜਿਹੜਾ ਸ਼ਹਾਦਤ ਸਾਡੇ ਤੇ ਢਾਇਆ, ਸਾਡੀ ਟਰਾਲੀ ਨੂੰ ਅੱਗ ਲੱਗ ਗਈ, ਇਹਦੇ ਵਿੱਚ ਸਿਲੰਡਰ ਐਡਾ ਵੱਡਾ ਬਲਾਸਟ ਹੋ ਸਕਦਾ ਸੀਗਾ। ਉਸ ਤੋਂ ਬਾਅਦ ਇਹ ਸੋਚ ਲਓ ਵੀ ਬਲਾਸਟ ਹੋਣ ਦੇ ਬਾਅਦ ਕਿ ਕਿੰਨੇ ਲੋਕ ਉੱਥੇ ਸੀਗੇ ਤੇ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੋ ਸਕਦਾ ਸੀਗਾ ਜੀ। ਤੇ ਦੂਜੀ ਗੱਲ, ਜਿੰਨੇ ਅਥਰੂ ਗੈਸ ਦੇ ਗੋਲੇ ਉਹ ਛੱਡ ਰਹੇ ਆ 2 ਤਰੀਕੇ ਦੇ। ਇੱਕ ਤਾਂ ਸਿੱਧਾ ਇਹ ਹੈ ਵੀ ਸਾਡਾ ਸਾਹ ਰੁਕ ਰਿਹਾ ਜਾਂ ਸਾਡੇ ਪਾਣੀ ਆ ਰਿਹਾ ਅੱਖਾਂ 'ਚ। ਇੱਕ ਚੀਜ਼ ਇਹ ਹੈ ਜਿੱਥੇ ਬਲਾਸਟ ਹੋ ਰਿਹਾ, ਬਲਾਸਟ ਨਾਲ ਸਾਡੇ ਬਹੁਤ ਨੌਜਵਾਨਾਂ ਨੂੰ ਇਫੈਕਟ ਹੋਇਆ, ਉਹ ਫੱਟੜ ਹੋਏ ਆ, ਉਹਨਾਂ ਦੇ ਸ਼ਰਰੇ ਲੱਗੇ ਆ, ਪਤਾ ਨਹੀਂ ਰੱਬ ਜਾਣੇ ਕੀ ਸੀ ਉਹਦੇ ਵਿੱਚ, ਅਸੀਂ ਜਾਣਦੇ ਨਹੀਂ। ਔਰ ਮੈਂ ਤੀਸਰੀ ਗੱਲ ਇਹ ਕਹਿਣਾ ਚਾਹੂੰਗਾ, ਸਾਡੇ ਕੋਲ ਵਿਦਨ ਪ੍ਰੂਫ ਹੈ, ਐਕਸਪਾਇਰੀ ਡੇਟ ਦੇ ਅਥਰੂ ਗੈਸ ਦੇ ਗੋਲੇ ਛੱਡੇ ਗਏ। ਸਾਡੇ ਕੋਲ ਫੋਟੋ ਹੈ ਜੀ, ਆਹ ਦੇਖੋ, ਐਕਸਪਾਇਰੀ ਡੇਟ 11/20 ਕਿ 11 ਨਵੰਬਰ ਨੂੰ ਇਹ ਗੋਲਾ ਐਕਸਪਾਇਰ ਹੋ ਗਿਆ ਜੀ। ਔਰ ਅਸੀਂ ਉਸ ਤੋਂ ਬਾਅਦ ਗੂਗਲ 'ਤੇ ਸਰਚ ਕੀਤਾ ਕਿ ਜਿਹੜਾ ਐਕਸਪਾਇਰੀ ਡੇਟ ਦਾ ਅਥਰੂ ਗੈਸ ਦਾ ਗੋਲਾ ਹੈ ਉਹ ਜ਼ਿਆਦਾ ਹਾਨੀਕਾਰਕ ਹੈ। ਤੇ ਇਹਦਾ ਮਤਲਬ ਇਹ ਹੈ ਕਿ ਇਹ ਸਰਕਾਰ ਜਿੰਨੇ ਵੀ ਕਿਸਾਨ ਆਏ ਸੀ ਉਹਨਾਂ ਨੂੰ ਮਾਰਨਾ ਚਾਹੁੰਦੀ ਸੀ। ਇਹਨਾਂ ਦਾ ਸਿੱਧਾ ਮਕਸਦ ਇੱਕ ਇਹ ਸੀਗਾ ਵੀ ਕਿਸਾਨ ਨੂੰ ਮਾਰਨਾ। ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਵੀ ਇਹਨਾਂ ਦੇ ਉੱਤੇ ਸਿੱਧਾ 302 ਦਾ ਜਾਂ 307 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ। ਜਿੰਨੇ ਵੀ ਇੱਥੇ, ਜਿਹੜਾ ਵੀ ਬੰਦਾ ਇੱਥੇ ਰਿਸਪੌਂਸੀਬਿਲਟੀ ਰੱਖਦਾ ਹੈ, ਜਿਹੜਾ ਵੀ ਇਸ ਡਿਸਟ੍ਰਿਕਟ ਦਾ SP ਹੈ ਜਾਂ ਕੌਣ ਹੈ ਰਿਸਪੌਂਸੀਬਿਲਟੀ ਰੱਖਣ ਵਾਲਾ, ਹਰਿਆਣਾ ਸਰਕਾਰ ਦਾ ਬੰਦਾ, ਨੁਮਾਇੰਦਾ ਹੈ, ਉਹ ਬੰਦੇ ਤੇ FIR ਲਾਂਚ ਹੋਣੀ ਚਾਹੀਦੀ ਹੈ ਕਿ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਔਰ ਮੈਂ ਤੀਸਰਾ ਕਹਿੰਦਾ ਵੀ 308 ਵੀ ਲੱਗਣੀ ਚਾਹੀਦੀ ਹੈ। 308 ਇਸ ਟਰਾਲੀ ਕਰਕੇ 2 ਚੀਜ਼ਾਂ। 307 ਲੱਗਣੀ ਚਾਹੀਦੀ ਹੈ ਕਿ ਉਹਨਾਂ ਨੇ, ਜਦੋਂ ਇੱਕ ਚੀਜ਼ ਹੈ ਵੀ ਐਕਸਪਾਇਰੀ ਡੇਟ ਦੇ ਗੋਲੇ ਛੱਡ ਰਹੇ ਆ, ਉਹਨਾਂ ਨੂੰ ਪਤਾ ਹੈ ਕਿ ਇਹ ਬਹੁਤ ਜ਼ਿਆਦਾ ਹਾਨੀਕਾਰਕ ਹੈ ਜੀ।
ਤੇ 308 ਇਸ ਕਰਕੇ ਲੱਗਣੀ ਚਾਹੀਦੀ ਪ੍ਰੀ ਪਲੈਨਿੰਗ ਮਰਡਰ। ਉਹ ਤਾਂ ਲੱਗਣੀ ਚਾਹੀਦੀ ਹੈ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਇੱਥੇ ਅਸੀਂ ਦੱਸ ਰਹੇ ਹਾਂ ਵੀ ਸਾਡੀ ਟਰਾਲੀ ਨੂੰ ਅੱਗ ਲੱਗ ਗਈ, ਸਾਡੀ ਟਰਾਲੀ ਦੇ ਵਿੱਚ ਮੋਟਰਸਾਈਕਲ ਹੈ, ਸਿਲੰਡਰ ਹੈ, ਇਹ ਬਲਾਸਟ ਹੋ ਸਕਦਾ। ਇਹ ਬਲਾਸਟ ਨਾਲ ਬਹੁਤ ਜ਼ਿਆਦਾ ਬੰਦਿਆਂ ਦੇ ਇੱਥੇ ਇੰਨਾ ਹਜੂਮ ਹੈ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਉਸ ਤੋਂ ਬਾਅਦ ਵੀ ਉਹਨਾਂ ਨੇ ਅਥਰੂ ਗੈਸ ਦੇ ਗੋਲੇ ਬੰਦ ਨਹੀਂ ਕੀਤੇ। ਔਰ ਮੈਂ ਸ਼ੇਮ ਫੀਲ ਕਰਦਾ ਨੈਸ਼ਨਲ ਮੀਡੀਆ ਨੂੰ, ਜਿਹੜਾ ਇੱਕ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਫਲਾਈਓਵਰ ਦੇ ਉੱਤੇ ਉਹਨਾਂ ਨੇ ਪੂਰੀ ਰਿਕਵਰ ਕੀਤਾ, ਕਵਰ ਕਰ ਰਹੇ ਸੀਗੇ। ਜਿਹੜਾ ਬੰਦਾ, ਮੈਂ ਇਹ ਕਹਿੰਦਾ ਵੀ ਅੱਜ ਇੱਕ ਚੀਜ਼ ਹੈ, ਹਰਿਆਣਾ ਸਰਕਾਰ ਨੇ ਉਹ ਮਰਿਆਦਾ ਨੂੰ ਤੋੜਿਆ ਕਿ ਮੇਰੇ ਕੋਲੇ ਖੁਦ ਕੋਲੇ ਮੇਰੇ ਅੱਜ ਪਲਾਸਟਰ ਲੱਗਿਆ ਹੋਇਆ ਸੀਗਾ, ਮੇਰੇ ਇੱਥੇ ਫ੍ਰੈਕਚਰ ਹੋਇਆ ਸੀਗਾ ਜਿੱਧਰ ਅਸੀਂ ਸ਼ਾਹਜਹਾਂ ਬਾਰਡਰ ਤੋੜਿਆ, ਉੱਥੇ ਵੀ ਸ਼ੱਦਤ ਹੋਇਆ। ਅੱਜ ਮੇਰੇ ਤਿਰੰਗਾ ਝੰਡਾ ਮੇਰੇ ਹੱਥ 'ਚ ਸੀਗਾ ਵਾਹਿਗੁਰੂ, ਔਰ ਤਿਰੰਗਾ ਝੰਡਾ ਹੋਣ ਦੇ ਬਾਵਜੂਦ ਮੇਰੇ ਤੇ ਅਥਰੂ ਗੈਸ ਦੇ ਗੋਲੇ ਛੱਡੇ ਗਏ ਮੇਰੇ ਪੈਰ ਤੇ। ਉਸ ਤੋਂ ਬਾਅਦ ਵੀ ਹੋਇਆ, ਮੈਨੂੰ ਦੁਬਾਰਾ ਪਲਾਸਟਰ ਖੋਲ੍ਹਣਾ ਪਿਆ। ਮੇਰੇ ਹੁਣ ਆਹ ਘੁਟਨੇ ਦੇ ਉੱਤੇ ਸੱਟ ਹੈ, ਮੇਰੇ ਇੱਥੇ ਫ੍ਰੈਕਚਰ ਹੈ, ਉਹਦੇ ਐਕਸਰੇ ਵੀ ਹੈਗੇ ਆ, ਉਹ ਰਿਪੋਰਟ ਮੈਂ ਦੇ ਸਕਦਾ ਹਾਂ। ਲੇਕਿਨ ਮੈਂ ਫ੍ਰੈਕਚਰ ਖੋਲ੍ਹਿਆ ਕਿ ਮੈਂ ਚੱਲ ਨਹੀਂ ਸਕਦਾ, ਫਿਰ ਵੀ ਤਿਰੰਗਾ ਝੰਡਾ ਫੜਨ ਦੇ ਬਾਵਜੂਦ ਵੀ ਸਾਡੇ ਉੱਤੇ ਅਥਰੂ ਗੈਸ ਦੇ ਗੋਲੇ ਛੱਡੇ ਗਏ। ਜਿਹੜਾ ਬੰਦਾ, ਜਿਹੜੀ ਸਰਕਾਰ ਤਿਰੰਗੇ ਦਾ ਸਨਮਾਨ ਨਹੀਂ ਕਰਦੀ, ਉਹਨੂੰ ਇਸ ਦੇਸ਼ ਦੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ। ਆਪਾਂ ਇੱਕ ਗੱਲ ਕਹਿਣਾ ਚਾਹੁੰਦੇ ਹਾਂ, ਤੁਸੀਂ ਜਾਂ ਤਾਂ ਸਾਨੂੰ ਇਹ ਦੱਸ ਦਿਓ ਵੀ ਅਸੀਂ ਕਿਤੋਂ ਬਾਹਰੋਂ ਆਏ ਹਾਂ, ਅਸੀਂ ਆਪਦਾ ਆਧਾਰ ਕਾਰਡ ਦਿਖਾਉਣੇ ਆ, ਅਸੀਂ ਇਸ ਇੰਡੀਆ ਦੇ ਕਿਸਾਨ ਹੈ, ਅਸੀਂ ਉਗਰਵਾਦੀ ਨਹੀਂ। ਜਿਹੜੇ ਬੰਦਿਆਂ ਨੂੰ ਖਾਲਿਸਤਾਨੀ ਆਖਿਆ ਜਾਂਦਾ, ਅਸੀਂ ਉਹਨਾਂ ਨੂੰ ਇੱਕ ਗੱਲ ਦੱਸ ਦੇਣਾ ਚਾਹੁੰਦੇ ਹਾਂ, ਅਸੀਂ ਖਾਲਿਸਤਾਨੀ ਨਹੀਂ, ਅਸੀਂ ਰਾਜਸਥਾਨੀ ਹਾਂ। ਅਸੀਂ ਰਾਜਸਥਾਨ ਤੋਂ ਆਏ ਹਾਂ, ਸਾਨੂੰ ਖਾਲਿਸਤਾਨੀ ਨਾ ਸਮਝ ਕੇ ਸਾਡੇ ਤੇ ਐਡਾ ਅਟੈਕ ਨਾ ਕਰੋ। ਜਿਹੜੀ ਹਰਿਆਣਾ ਸਰਕਾਰ ਨੇ ਕੀਤੀ ਹੈ, ਜੇ ਅਗਰ ਇਸ ਦੇਸ਼ ਦਾ ਸੰਵਿਧਾਨ ਹੈਗਾ, ਸੁਪਰੀਮ ਕੋਰਟ ਹੈ, ਹਾਈ ਕੋਰਟ ਹੈ, ਜਾਂ ਇੱਥੋਂ ਦਾ PM ਜਾਂ ਰਾਸ਼ਟਰਪਤੀ ਕੁਛ ਵੀ ਅਗਰ ਹੈਗਾ, ਸੰਵਿਧਾਨ ਨੂੰ ਸਮਝਦੇ ਹੈ, ਤਾਂ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ, ਸਵੇਰੇ ਹਰਿਆਣਾ ਸਰਕਾਰ ਦੇ ਨੁਮਾਇੰਦਿਆਂ ਤੇ, ਹਰਿਆਣਾ ਸਰਕਾਰ ਤੇ 307 ਤੇ 308 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ। ਜਿਹੜੇ ਇੱਥੋਂ ਦੇ ਲੋਕਲ SP ਹੈ ਜਾਂ ਕੋਈ ਨੁਮਾਇੰਦੇ ਹੈ, ਉਹਨਾਂ ਨੂੰ ਸਸਪੈਂਡ ਹੋਣਾ ਚਾਹੀਦਾ, ਕਿਉਂਕਿ ਸਾਡੇ ਹੱਥ ਦੇ ਵਿੱਚ ਤਿਰੰਗਾ ਸੀਗਾ, ਉਹਨਾਂ ਦੇ ਹੱਥ 'ਚ ਰਫਲਾਂ ਸੀਗੀਆਂ। ਠੀਕ ਹੈ, ਉਹਨਾਂ ਨੇ 3 ਘੰਟੇ ਇਸ ਕਿਸਾਨ ਦੇ ਪੁੱਤਰਾਂ ਨੇ ਬਿਨਾਂ ਕਿਸੇ ਹਥਿਆਰ ਤੋਂ, ਬਿਨਾਂ ਕਿਸੇ ਚੀਜ਼ ਤੋਂ, ਸਾਡੇ ਹੱਥ ਦੇ ਵਿੱਚ ਸਿਰਫ ਇਸ ਦੇਸ਼ ਦਾ ਝੰਡਾ ਸੀਗਾ। ਕੋਈ ਪਹਿਲਾਂ ਵਾਰਨਿੰਗ ਹੋਈ, ਉਧਰੋਂ ਅਨਾਉਂਸਮੈਂਟ ਹੋਈ? ਸਾਨੂੰ ਕੋਈ ਅਨਾਉਂਸਮੈਂਟ ਨਹੀਂ ਹੋਈ, ਸਿੱਧਾ ਸਾਡੇ ਤੇ ਅਟੈਕ ਹੋਇਆ। ਔਰ ਅਟੈਕ ਵੀ ਇਸ ਤਰੀਕੇ ਦਾ, ਮੈਂ ਤੁਹਾਨੂੰ ਲਾਸਟ ਇਹ ਗੱਲ ਕਹਿ ਦੇਣਾ ਚਾਹੁੰਦਾ ਹੈ ਕਿ ਲਾਸਟ ਸਾਡਾ ਇੱਕ ਟਰੈਕਟਰ ਉੱਥੇ ਸੀਗਾ ਫਰੰਟ ਤੇ, ਜਿਨ੍ਹਾਂ ਦੇ ਉੱਤੇ ਉਹਨਾਂ ਨੇ ਥੱਲੇ ਅਥਰੂ ਗੈਸ ਦੇ ਗੋਲੇ ਸੁੱਟੇ। ਉੱਥੋਂ ਦੀ ਜਿਹੜੀ ਆਪਣੀ ਫੋਰਸ ਸੀਗੀ, ਉਹ ਹੈਲਮਟ ਪਾ ਕੇ ਆਈ, ਉਹਨਾਂ ਨੇ ਪੈਰਾਂ ਨਾਲ ਟਰੈਕਟਰ ਤੇ ਬੈਠੇ ਇਨਸਾਨ ਦੇ ਉੱਤੇ 3 ਅਥਰੂ ਗੈਸ ਦੇ ਗੋਲਿਆਂ ਨੂੰ ਪੈਰ ਮਾਰ ਕੇ ਉਹਦੇ ਥੱਲੇ ਕੀਤਾ। ਉਹ ਬੰਦੇ ਦੀ ਜਾਨ, ਮੈਂ ਤੁਹਾਨੂੰ ਇਹ ਗੱਲ ਕਹਿਣਾ ਵੀ ਉਹ ਪਰਮਾਤਮਾ ਅਕਾਲ ਪੁਰਖ ਨੇ ਉਹਨੂੰ ਸਾਹ ਦਿੱਤੇ ਸੀ, ਇਸ ਕਰਕੇ ਬਚੀ ਹੈ। ਲੇਕਿਨ ਇਸ ਹਰਿਆਣਾ ਸਰਕਾਰ ਨੇ, ਇਸ ਹਰਿਆਣਾ ਪੁਲਿਸ ਨੇ ਤੇ ਜਿੰਨੇ ਵੀ ਇੱਥੇ ਉਹਨਾਂ ਨੇ ਲਾ ਰੱਖੇ ਬੰਦੇ, ਚਾਹੇ ਉਹ ਕਿਸੇ ਵੀ ਸੈਂਟਰ ਗੌਰਮੈਂਟ ਵੀ ਭੇਜ ਰੱਖਿਆ ਜਾਂ ਕਿੱਦਾਂ, ਉਹਨਾਂ ਨੇ ਅੱਜ ਕਿਸਾਨ ਦੀ ਹੱਤਿਆ ਕਰਨ ਵਾਸਤੇ ਹੀ ਬੰਦੇ ਭੇਜ ਰੱਖੇ ਸੀ। ਉਹਨਾਂ ਨੇ ਕਿਹਾ ਵੀ ਕਿਸਾਨ ਅੱਗੇ ਨਹੀਂ ਵਧਣਾ ਚਾਹੀਦਾ, ਚਾਹੇ ਤੁਸੀਂ ਉਹਨਾਂ ਨੂੰ ਗੋਲੀ ਮਾਰੋ, ਚਾਹੇ ਅਥਰੂ ਗੈਸ ਦੇ ਗੋਲੇ। ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ, ਅਗਰ ਇੱਥੇ ਸਾਡੇ ਸੰਵਿਧਾਨ ਹੈਗਾ ਤੇ ਸਵੇਰੇ ਇਹ ਜਿਹੜੇ ਵੀ ਇੱਥੋਂ ਦੇ DC ਹੈ, ਚਾਹੇ SP ਹੈ, ਉਹ ਸਸਪੈਂਡ ਹੋਣੇ ਚਾਹੀਦੇ ਆ। ਜਿੰਨੇ ਵੀ ਇੱਥੇ ਆਥੋਰਾਈਜ਼ ਇਸ ਟਾਈਮ ਇੱਥੇ ਬੰਦੇ ਬੈਠੇ ਆ, ਉਹ ਸਸਪੈਂਡ ਹੋਣੇ ਚਾਹੀਦੇ ਆ। ਉਹ ਉਹਨਾਂ ਨੂੰ ਘਰੇ ਭੇਜਣਾ ਚਾਹੀਦਾ। ਕਿਉਂਕਿ ਉਹਨਾਂ ਨੇ ਇੱਕ ਇਨਸਾਨ ਦੀ ਜ਼ਿੰਦਗੀ ਤੋਂ ਜ਼ਿਆਦਾ ਆਪਦੀਆਂ ਸਰਕਾਰਾਂ ਦੀ ਅੱਜ ਗੋਲਾਗਰੀ ਕੀਤੀ ਹੈ ਜੀ, ਚਮਚਾਪੁਣਾ ਕੀਤਾ। ਅਗਰ ਉਹਨਾਂ ਨੇ, ਜਦੋਂ ਕੋਈ ਵੀ IPS ਬਣਦਾ ਜਾਂ IS ਬਣਦਾ, ਉਹ ਇੱਕ ਸ਼ਪਥ ਲੈਂਦਾ ਕਿ ਮੈਂ ਹਰ ਉਹ ਸੰਵਿਧਾਨ ਦੇ ਜਿਹੜੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਮੈਂ ਇੱਥੇ ਸੇਵਾ ਕਰੂੰਗਾ। ਉਹਨਾਂ ਨੇ ਅੱਜ ਸੇਵਾ ਨਹੀਂ ਕੀਤੀ। ਅੱਜ ਸਰਕਾਰ ਦੇ ਇਸ਼ਾਰੇ ਉੱਤੇ ਕਿਸਾਨ ਨੂੰ ਮਾਰਨ ਦੀ ਇੱਕ ਸਾਜ਼ਿਸ਼ ਲੈ ਕੇ ਆਏ ਸੀਗੇ, ਔਰ ਕਿਸਾਨ ਨੂੰ ਮਾਰਨ ਦੀ ਹਰ ਹੱਦ ਤੱਕ ਕੋਸ਼ਿਸ਼ ਕੀਤੀ ਗਈ ਹੈ, ਕਿਉਂਕਿ ਗੋਲੀ ਮਾਰਾਂਗੇ ਤਾਂ ਅਸੀਂ ਮਰ ਜਾਵਾਂਗੇ। ਲੇਕਿਨ ਉਹਨਾਂ ਨੇ ਅਲੱਗ-ਅਲੱਗ ਤਰੀਕਿਆਂ ਨਾਲ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਜਿਵੇਂ ਅਸੀਂ ਤੁਹਾਨੂੰ ਵਿਦਨ ਪ੍ਰੂਫ ਦਿਖਾਇਆ ਕਿ ਉਹਨਾਂ ਨੇ ਐਕਸਪਾਇਰੀ ਡੇਟ ਦੇ ਗੋਲੇ ਕੀਤੇ। ਉਹ ਤੁਸੀਂ ਗੂਗਲ ਤੇ ਜਾਓਗੇ, ਸਰਚ ਕਰੋਗੇ, ਜਿਹੜਾ ਐਕਸਪਾਇਰੀ ਡੇਟ ਦਾ ਅਥਰੂ ਗੈਸ ਦਾ ਗੋਲਾ ਹੈ ਜਾਂ ਔਰ ਬਲਾਸਟ ਕਰਨ ਵਾਲੀ, ਇੱਕ ਗੱਲ ਦੱਸੋ, ਜਦੋਂ ਨਿਹੱਤੇ ਬੰਦੇ
ਇੱਥੇ ਪ੍ਰੋਟੈਸਟ ਕਰ ਰਹੇ ਆ, ਤਿਰੰਗਾ ਦੇਸ਼ ਦਾ ਚੱਕ ਕੇ, ਉਸ ਤੋਂ ਬਾਵਜੂਦ ਤੁਸੀਂ ਬਲਾਸਟ ਕਰਨ ਵਾਲੀਆਂ ਚੀਜ਼ਾਂ ਜਾਂ ਅਥਰੂ ਗੈਸ ਦੇ ਗੋਲੇ ਉਹਨਾਂ ਤੇ ਸੁੱਟ ਰਹੇ ਹੋ ਜਾਂ ਫੈਂਕ ਰਹੇ ਹੋ, ਤੇ ਕੀ ਦੱਸਣਾ ਚਾਹੁੰਦੇ ਯਾਰ? ਕੀ ਮੈਂ ਕਹਿੰਦਾ ਇਹੋ ਜੀ ਚੀਜ਼ ਨਹੀਂ ਚੱਲੂਗੀ। ਅਸੀਂ ਤਾਂ ਉਹਨਾਂ ਨੂੰ ਇੱਕ ਗੱਲ ਕਹਿੰਦੇ ਆ ਵੀ ਸਾਨੂੰ ਅਥਰੂ ਗੈਸ ਦੇ ਗੋਲੇ ਮਾਰ ਕੇ ਸਾਨੂੰ ਰਵਾਓ ਨਾ। ਕਿਸਾਨ ਤਾਂ ਪਹਿਲਾਂ ਹੀ ਰੋ ਰਿਹਾ। ਜੇ ਸਾਡੀ ਆਵਾਜ਼ ਨੂੰ ਬੰਦ ਕਰਨਾ ਹੈ, ਸਿੱਧਾ ਸਾਨੂੰ ਜਾਂ ਤਾਂ ਤੋਪ ਦੇ ਸਾਹਮਣੇ ਖੜਾ ਕਰਕੇ ਸਾਨੂੰ ਬਲਾਸਟ ਕਰ ਦਿਓ ਜਾਂ ਸਾਡੇ ਗੋਲੀ ਮਾਰ ਕੇ ਸਾਨੂੰ ਮਾਰ ਦਿਓ। ਸੱਚ ਬੋਲਣ ਵਾਲਾ ਬੰਦੇ ਦੀ ਜ਼ੁਬਾਨ ਨੂੰ ਤੁਸੀਂ ਬੰਦ ਕਰਨਾ ਹੈ ਅੱਜ ਦੀ ਡੇਟ ਦੇ ਵਿੱਚ, ਤੇ ਸਿਰਫ ਤਾਂ ਸਿਰਫ ਉਹਨੂੰ ਤੁਸੀਂ ਜਾਂ ਤਾਂ ਬਲਾਸਟ ਕਰਕੇ ਮਾਰ ਦਿਓ ਜਾਂ ਗੋਲੀ ਮਾਰ ਕੇ ਮਾਰ ਦਿਓ। ਸੱਚ ਤਾਂ ਬੋਲੂਗਾ ਔਰ ਸੱਚ ਜਿੱਤੂਗਾ ਵੀ। ਉਹ ਸੱਚ ਨੂੰ ਹਰਾਉਣਾ ਚਾਹੁੰਦੇ ਆ, ਸੱਚ ਕਦੀ ਨਹੀਂ ਹਾਰੂਗਾ। ਔਰ ਮੈਂ ਇਹ ਗੱਲ ਕਹਿਣਾ ਚਾਹੁੰਦਾ, ਅਗਰ ਇਹ ਚੀਜ਼ ਨਹੀਂ ਹੋਈ ਤਾਂ ਮੈਂ ਨਹੀਂ ਮੰਨਦਾ ਕਿ 26 ਜਨਵਰੀ ਦਾ ਕੋਈ ਮਹੱਤਵ ਹੈ। ਕਿਉਂਕਿ 26 ਜਨਵਰੀ ਵਾਲੇ ਦਿਨ ਸੰਵਿਧਾਨ ਆਪਣਾ ਪਹਿਲਾਂ ਲਿਖਿਆ ਗਿਆ ਸੀਗਾ। 26 ਜਨਵਰੀ ਜਿੱਦਣ ਆਉਣੀ ਹੈ ਉਦਣ ਉਹ ਸੰਵਿਧਾਨ ਲਾਗੂ ਹੋਇਆ ਸੀਗਾ। ਅਗਰ ਇਹ ਸਰਕਾਰਾਂ ਸੰਵਿਧਾਨ ਦੀ ਕਿਤੇ ਵੀ 1% ਵੀ ਇੱਜ਼ਤ ਕਰਦੀਆਂ ਤੇ ਆਹ ਚੀਜ਼ਾਂ ਛੱਡ ਦੇਣ। ਤਾਨਾਸ਼ਾਹੀ ਸਰਕਾਰ ਆ ਗਈ ਮਹਾਰਾਜ। ਮੈਂ ਕਹਿੰਦਾ ਵੀ ਡੈਮੋਕ੍ਰੇਸੀ ਤੇ ਲੋਕਤੰਤਰ ਖਤਮ ਹੋ ਚੁੱਕਿਆ ਅੱਜ ਦੀ ਡੇਟ ਦੇ ਵਿੱਚ। ਮੈਂ ਕਹਿੰਦਾ ਵੀ ਜੇ ਜਿੱਦਣ ਇਹ ਕਿਸਾਨ ਦੀ ਆਵਾਜ਼ ਨੂੰ ਚੁੱਪ ਕਰਾਉਣਾ ਕਿਉਂ ਚਾਹੁੰਦੇ ਆ? ਕਿਉਂਕਿ ਇਹ ਦੇਸ਼ ਦੇ ਝੰਡੇ ਨੂੰ ਹੀ ਥੱਲੇ ਕਰਕੇ ਆਪਦਾ ਝੰਡਾ ਪਹਿਲਾਂ ਉੱਤੇ ਲਾਉਣਾ ਚਾਹੁੰਦੇ ਆ। ਤਾਂ ਮੈਂ ਇਹਨਾਂ ਨੂੰ ਅਸੀਂ ਇੱਕ ਹੀ ਗੱਲ ਕਹਿਣਾ ਚਾਹੁੰਦੇ ਆ ਕਿ ਇਸ ਦੇਸ਼ ਦੇ 75% ਕ੍ਰਿਸ਼ੀ ਪ੍ਰਧਾਨ ਦੇਸ਼ ਆਪਣਾ, ਪਰ 75% ਦੇਸ਼ ਦੀ ਨਾਗਰਿਕਾਂ ਨੂੰ ਮਾਰ ਕੇ ਅਗਰ ਇਹ ਆਪਦਾ ਤਾਨਾਸ਼ਾਹੀ ਸਰਕਾਰ ਲਿਆਉਣਾ ਚਾਹੁੰਦੇ ਆ ਤੇ ਲਿਆਉਣ। ਨਹੀਂ ਤਾਂ ਜੇ ਅਗਰ ਇਹ 75% ਲੋਕਾਂ ਦੀ ਬਹੁਮਤ ਨੂੰ ਮੰਨਦੇ ਆ, ਅੱਜ ਇੱਕ ਆਪਾਂ ਇਹ ਵੀ ਗੱਲ ਮੰਨਦੇ ਆ ਵੀ ਜਦੋਂ ਵੀ ਆਪਾਂ ਕਿਤੇ ਵੀ ਲੋਕਤੰਤਰ ਦੇ ਵਿੱਚ ਬਹੁਮਤ ਸਾਬਿਤ ਕਰਨਾ ਹੁੰਦਾ ਤੇ ਆਪਾਂ ਸੀਟਾਂ ਸਾਬਿਤ ਕਰਨੀਆਂ ਹੁੰਦੀਆਂ ਵੀ ਜਿੱਥੇ ਅੱਜ ਮੰਨ ਲਓ 543 ਸੀਟਾਂ ਆਪਣੀਆਂ ਐਮਪੀ ਦੀਆਂ ਜੀ, ਠੀਕ ਹੈ, ਤੇ ਉਹਦੇ ਵਿੱਚ ਜਦੋਂ ਬਹੁਮਤ ਸਾਬਿਤ ਕਰਨਾ ਹੈ ਤੇ ਉਹਦੇ ਇੱਕ ਪਰਸੈਂਟੇਜ ਰੱਖੀ ਜਾਂਦੀ ਹੈ ਕਿ ਇੰਨੀ ਪਰਸੈਂਟੇਜ ਜਦੋਂ ਹੋ ਜਾਂਦੀ ਹੈ ਤਾਂ ਉਹਦਾ ਬਹੁਮਤ ਸਾਬਿਤ ਹੋ ਜਾਂਦਾ ਤੇ ਉਹ ਉਹ ਦੇਸ਼ ਦੇ PM ਬਣ ਜਾਂਦੇ ਆ। ਤੇ ਅੱਜ 75% ਜਿਹੜੇ ਦੇਸ਼ ਦੇ ਕਿਸਾਨ ਹੈ ਉਹ ਰੋਡ ਤੇ ਬੈਠਾ ਤੇ ਉਹਦੀ ਗੱਲ ਨਹੀਂ ਸੁਣੀ ਜਾ ਰਹੀ। ਤੇ ਫਿਰ ਮੈਂ ਇਹ ਪੁੱਛਣਾ ਚਾਹੁੰਦਾ ਇਸ ਸਰਕਾਰਾਂ ਤੋਂ ਕਿ ਲੋਕਤੰਤਰ ਹੈ ਕਿੱਥੇ ਬਈ? ਜੀ ਬਾਈ ਨੇ ਜਿਹੜੀ ਸਾਰੀ ਗੱਲਬਾਤ ਆ, ਜੇ ਸਾਰੀ ਹੱਡਬੀਤੀ ਦੀ ਆਪਾਂ ਗੱਲ ਕਰਦੇ ਹਾਂ, ਸਾਰੀ ਦੱਸਤੀ। ਪਿੱਛੇ ਟਰਾਲੀ ਵੀ ਮੌਜੂਦ ਆ ਤੇ ਜਿਹੜਾ ਇੱਥੇ ਕੁਝ ਹੋਇਆਗਾ। ਪਰ ਇੱਕ ਗੱਲ ਅਸੀਂ ਵੀ ਦੱਸਣੀ ਚਾਹੁੰਦੇ ਆ, ਜੇ ਕਿਤੇ ਸਰਕਾਰ ਇਹ ਸੋਚਦੀ ਹੋਊ ਵੀ ਇਹ ਅਨਪੜ੍ਹ ਕਿਸਾਨ ਨੇ, ਇਹ ਕਿਸਾਨ ਗੂਗਲ ਵੀ ਕਰ ਲੈਂਦੇ ਨੇ, ਇਹਨਾਂ ਨੇ ਦੱਸਤਾ ਵੀ ਐਕਸਪਾਇਰੀ ਡੇਟ ਦੇ ਗੋਲੇ ਸੀ ਤੇ ਉਹ ਤੋਂ ਕੀ ਨੁਕਸਾਨ ਹੋ ਸਕਦੇ ਸੀ ਤੇ ਕੀ ਇੱਥੇ ਹੋਏ ਨੇ। ਇਹ ਗਰਾਊਂਡ ਜ਼ੀਰੋ ਦੀ ਰਿਪੋਰਟ ਸੀ ਤੇ ਅਸੀਂ ਮੀਡੀਆ ਵਾਲਿਆਂ ਨੂੰ ਵੀ ਖਾਸ ਤੌਰ ਤੇ ਬੇਨਤੀ ਕਰਦੇ ਹਾਂ, ਸਾਡੇ ਭਰਾਵਾਂ ਨੂੰ ਵੀ, ਉਹ ਵੀ ਇੱਥੇ ਗਰਾਊਂਡ ਜ਼ੀਰੋ ਤੇ ਪਹੁੰਚਣ ਤੇ ਇੱਥੋਂ ਦੀ ਹਕੀਕਤ ਦੇਸ਼ ਦੁਨੀਆ ਤੱਕ ਹੋਰ ਵੀ ਪਹੁੰਚਾਉਣ ਤੇ ਇਸ ਹਕੀਕਤ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਜਿਹੜਾ ਇਹ ਸਰਕਾਰੀ ਬਾਰਡਰ ਸਰਕਾਰ ਨੇ ਬਣਾਇਆ ਹੈਗਾ ਉਸ ਦੀ ਅਸਲੀਅਤ ਦੇ ਬਾਰੇ। ਟਰੱਕਾਂ ਦੀ ਹਵਾ ਕੱਢੀ ਗਈ ਆ ਉਸ ਦੀ ਅਸਲੀਅਤ ਦੇ ਬਾਰੇ, ਤੇ ਤੀਸਰੀ ਅਸਲੀਅਤ ਜਿਹੜੇ ਆਹ ਗੋਲੇ ਸਿੱਟੇ ਗਏ ਆ ਤੇ ਜਿਹੜੇ ਨੌਜਵਾਨਾਂ ਦੇ ਸੱਟਾਂ ਲੱਗੀਆਂ। ਅੱਗੇ ਵੀ ਅਸੀਂ ਗਰਾਊਂਡ ਜ਼ੀਰੋ ਤੋਂ ਰਿਪੋਰਟਸ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ ਜੀ।